ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ। ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟਸ ਲਈ ਨਿਕਲ ਕੇ ਆ ਚੁੱਕੇ ਹੈ ਜੀ। ਅੱਜ ਦੀ ਭਰਤੀਆਂ ਜਿਹੜੀਆਂ ਅਸੀਂ ਗੱਲ ਕਰਨ ਜਾ ਰਹੇ ਹਾਂ, ਟੋਟਲ 96,000 ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ। ਕਿਹੜੇ ਡਿਪਾਰਟਮੈਂਟ ਵੱਲੋਂ ਆਊਟ ਹੋਈਆਂ ਨੇ, ਕਿਹੜੀ ਪੋਸਟ ਆਊਟ ਕੀਤੀ ਗਈ ਹੈ, ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੁਹਾਨੂੰ ਦੇਣ ਜਾ ਰਹੇ ਹਾਂ। ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ। ਇਸ ਦੇ ਵਿੱਚ ਪ੍ਰਾਈਵੇਟ ਅਤੇ ਦੂਜੇ ਗਵਰਨਮੈਂਟ ਪੋਸਟਾਂ ਬਾਰੇ ਵੀ ਪੂਰੀ ਜਾਣਕਾਰੀ ਤੁਹਾਨੂੰ ਮੈਂ ਦੇਵਾਂਗਾ। ਔਰ ਤੁਸੀਂ ਚੈਨਲ 'ਤੇ ਫਸਟ ਟਾਈਮ ਆਏ ਹੋ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਅਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ। ਵੈਕੈਂਸੀਜ਼ ਦੀ ਗੱਲ ਕਰਾਂ ਤਾਂ ਹੋਰ ਕਈ ਵੈਕੈਂਸੀਜ਼ ਜਿਹੜੀਆਂ ਨੇ ਪੰਜਾਬ ਦੇ ਕੈਂਡੀਡੇਟ ਦੇ ਲਈ ਆਊਟ ਹੋ ਚੁੱਕੀਆਂ ਨੇ, ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੋਂ ਜਾ ਕੇ ਚੈੱਕ ਕਰ ਸਕਦੇ ਹੋ ਅਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ। ਮੈਂ ਤੁਹਾਡੇ ਲਈ ਇਸੇ ਤਰ੍ਹਾਂ ਹਰ ਇੱਕ ਰਿਕਰੂਟਮੈਂਟ ਅਪਡੇਟ ਜਿਹੜਾ ਜੀ ਉਹ ਲੈ ਕੇ ਆਉਂਦਾ ਹੀ ਰਹਾਂਗਾ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਅਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ। ਤੁਸੀਂ ਕਿਸੇ ਵੀ ਗਵਰਨਮੈਂਟ ਜੋਬ ਦੀ ਤਿਆਰੀ ਕਰ ਰਹੇ ਹੋ, ਉਹਦੇ ਲਈ ਬੈਸਟ ਸਟੱਡੀ ਮਟੀਰੀਅਲ ਇਸ ਵੀਡੀਓ ਡਿਸਕ੍ਰਿਪਸ਼ਨ ਬਾਕਸ ਅਵੇਲੇਬਲ ਹੈ ਜੀ। ਡਾਊਨਲੋਡ ਕਰਕੇ ਆਪਣੀ ਤਿਆਰੀ ਜਿਹੜੀ ਹੈ ਤੁਸੀਂ ਪੱਕੀ ਕਰ ਸਕਦੇ ਹੋ। ਅਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ। ਸਭ ਤੋਂ ਪਹਿਲੀ ਭਰਤੀ ਦੀ ਗੱਲ ਕਰੀਏ ਤਾਂ HDFC ਪ੍ਰਾਈਵੇਟ ਲਿਮਿਟਿਡ ਕੰਪਨੀ ਵੱਲੋਂ ਆਊਟ ਕੀਤੀ ਗਈ ਹੈ, ਮਤਲਬ HDFC ਬੈਂਕ ਦੇ ਦੁਆਰਾ ਜਾਰੀ ਕੀਤੀ ਗਈ ਹੈ ਜੀ। ਇਸ ਦੇ ਵਿੱਚ ਆਲ ਇੰਡੀਆ ਤੋਂ ਕੈਂਡੀਡੇਟ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਔਰ ਇਸ ਦੇ ਵਿੱਚ ਜਿੱਦਾਂ ਕਿ ਤੁਹਾਨੂੰ ਪਤਾ ਹੈ, ਕਿਸੇ ਵੀ ਪ੍ਰਾਈਵੇਟ ਕੰਪਨੀ ਦੇ ਵਿੱਚ ਲਾਸਟ ਡੇਟ ਕੋਈ ਨਹੀਂ ਹੁੰਦੀ। ਸੋ ਐਜ਼ ਸੂਨ ਐਜ਼ ਪੋਸੀਬਲ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜਦ ਤੱਕ ਉਹ ਪੋਸਟ ਜਿਹੜੀ ਹੈ ਜੀ ਉਹ ਓਪਨ ਚੱਲ ਰਹੀ ਹੈ। ਅਤੇ ਚਲੋ ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਵੈਕੈਂਸੀਜ਼ ਦੀ, ਤਾਂ ਸਭ ਤੋਂ ਪਹਿਲੀ ਵੈਕੈਂਸੀ ਜਿਹੜੀ ਆਊਟ ਕੀਤੀ ਗਈ ਹੈ ਜੀ ਉਹ ਹੈਗੀ ਹੈ ਇੱਥੇ ਪਰਸੋਨਲ ਬੈਂਕਰ ਦੀ। ਦੈਨ ਰਿਲੇਸ਼ਨਸ਼ਿਪ ਮੈਨੇਜਰ RRB, ਰਿਲੇਸ਼ਨਸ਼ਿਪ ਮੈਨੇਜਰ ਦੀ, ਪ੍ਰੋਸੈਸ ਐਗਜ਼ੀਕਿਊਟਿਵ, ਰਿਸਕ ਮੈਨੇਜਰ RM ਸਰਵਿਸਿਜ਼ ਦੀ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਮੈਂ ਗੱਲ ਕਰਾਂ ਸੇਲਸ ਮੈਨੇਜਰ ਕਸਟਮਰ ਸਰਵਿਸਿਜ਼, ਟ੍ਰੇਡ ਸੇਲਸ ਮੈਨੇਜਰ ਫਾਈਨਾਂਸ, ਸੇਲਸ ਮੈਨੇਜਰ ਰਿਕਵਰੀ, ਸੇਲਸ ਮੈਨੇਜਰ ਫੋਰੈਕਸ, ਪ੍ਰੋਜੈਕਟ ਮੈਨੇਜਰ, ਏਰੀਆ ਕਲੈਕਸ਼ਨ ਮੈਨੇਜਰ, ਔਰ ਉਸ ਤੋਂ ਬਾਅਦ ਆਊਟਰੀਚ ਮੈਨੇਜਰ, ਆਥੋਰਾਈਜ਼ਰ, ਬ੍ਰਾਂਚ ਸੇਲਸ ਮੈਨੇਜਰ, ਏਰੀਆ ਸੇਲਸ ਮੈਨੇਜਰ ਦੀ ਵੈਕੈਂਸੀਜ਼ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਨੇ। ਔਰ ਇਸ ਦੇ ਵਿੱਚ ਅਪਲਾਈ ਤੁਸੀਂ ਔਨਲਾਈਨ ਹੀ ਕਰਨਾ ਹੋਏਗਾ। ਤੁਸੀਂ ਆਪਣਾ ਇੱਕ ਰਿਜ਼ਿਊਮ ਵਧੀਆ ਜਿਹਾ ਤਿਆਰ ਕਰਕੇ ਰੱਖਣਾ ਹੈ ਜੀ। ਔਰ ਉਸ ਤੋਂ ਬਾਅਦ ਜਿਹੜਾ ਲਿੰਕ ਤੁਸੀਂ ਇਹ ਦੇਖ ਪਾ ਰਹੇ ਹੋ ਅਪਲਾਈ ਔਨਲਾਈਨ ਦਾ, ਇਹਦੇ ਉੱਪਰ ਤੁਸੀਂ ਕਰਨਾ ਹੈ ਕਲਿੱਕ। ਜਿੱਦਾਂ ਤੁਸੀਂ ਇਸ 'ਤੇ ਕਲਿੱਕ ਕਰ ਦਿੰਦੇ ਹੋ ਅਫੀਸ਼ੀਅਲ ਵੈਬਸਾਈਟ 'ਤੇ ਤੁਸੀਂ ਡਿਵਰਟ ਕਰ ਦਿੱਤੇ ਜਾਓਗੇ। ਉੱਥੋਂ ਸਾਰੀਆਂ ਹੀ ਪੋਸਟਾਂ ਜਿਹੜੀਆਂ ਨੇ ਰੀਸੈਂਟਲੀ ਆਊਟ ਹੋਈਆਂ ਨੇ ਉਹ ਤੁਸੀਂ ਚੈੱਕ ਕਰ ਸਕਦੇ ਹੋ। ਆਪਣੀ ਲੋਕੇਸ਼ਨ ਵਾਈਜ਼ ਵੀ ਪੋਸਟਾਂ ਜ਼ਰੂਰ ਚੈੱਕ ਕਰ ਲੈਣਾ ਕਿਉਂਕਿ ਆਲ ਇੰਡੀਆ ਦੀਆਂ ਨੇ ਅਤੇ ਆਲ ਇੰਡੀਆ ਤੋਂ ਹੀ ਕੈਂਡੀਡੇਟ ਦੇ ਲਈ ਐਲੀਜੀਬਲ ਹੁੰਦੇ ਨੇ ਅਤੇ ਅਪਲਾਈ ਕਰ ਸਕਦੇ ਨੇ। ਈਵਨ ਤੁਸੀਂ ਰੀਲੋਕੇਟ ਕਰਕੇ ਵੀ ਜੋਬ ਜਿਹੜੀ ਉਹ ਕਰ ਸਕਦੇ ਹੋ ਜੀ। ਸੋ ਇਹ ਸੀਗਾ ਪਹਿਲਾ ਨੋਟੀਫਿਕੇਸ਼ਨ, ਇਹਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਆਲਰੇਡੀ ਦੇ ਦਿੱਤਾ ਹੈ। ਹੁਣ ਗੱਲ ਕਰਦੇ ਹਾਂ ਸੈਕਿੰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ। ਸੋ ਨੈਕਸਟ ਪੋਸਟ ਦੀ ਗੱਲ ਕਰਦੇ ਹਾਂ ਜੀ। ਇਸ ਦੇ ਵਿੱਚ ਅਪਲਾਈ ਕਰਨਾ 3/10/2022 ਮਤਲਬ ਅੱਜ ਤੋਂ ਆਲਰੇਡੀ ਸਟਾਰਟ ਹੋ ਚੁੱਕਿਆ ਹੈ। ਲਾਸਟ ਡੇਟ 31/10/2022 ਜਿਹੜੀ ਹੈ ਜੀ ਰਹਿਣ ਵਾਲੀ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ। ਸਭ ਤੋਂ ਪਹਿਲੀ ਜਿਹੜੀ ਪੋਸਟ ਆਊਟ ਕੀਤੀ ਗਈ ਉਹ ਹੈਗੀ ਹੈ ਸਬ ਡਿਵੀਜ਼ਨਲ ਇੰਜੀਨੀਅਰ ਦੀ, ਜੋ ਕਿ ਬਿਲਡਿੰਗ ਦੀ ਹੈ, ਜਿਸ ਦੇ ਵਿੱਚ ਤੁਹਾਡੀ ਸੈਲਰੀ 15,600 ਤੋਂ ਲੈ ਕੇ 39,100 ਪਲੱਸ ਗ੍ਰੇਡ ਪੇ 5400 ਰਹਿਣ ਵਾਲਾ ਹੈ। ਇਸ ਦੇ ਵਿੱਚ ਟੋਟਲ 4 ਪੋਸਟਾਂ ਨੇ। ਸਬ ਡਿਵੀਜ਼ਨਲ ਇੰਜੀਨੀਅਰਿੰਗ ਇਲੈਕਟ੍ਰੀਕਲ ਦੀਆਂ ਜਿਹੜੀ ਇੱਕ ਪੋਸਟ ਆਊਟ ਕੀਤੀ ਗਈ ਹੈ। ਸਬ ਡਿਵੀਜ਼ਨਲ ਇੰਜੀਨੀਅਰਿੰਗ ਪਬਲਿਕ ਹੈਲਥ ਦੀ ਇੱਕ ਹੈ। ਅਸਿਸਟੈਂਟ ਆਰਕੀਟੈਕਟ ਦੀ ਇੱਕ ਹੈ। ਜੂਨੀਅਰ ਇੰਜੀਨੀਅਰ ਦੀਆਂ 15 ਪੋਸਟਾਂ ਨੇ। ਜੂਨੀਅਰ ਇੰਜੀਨੀਅਰ ਪਬਲਿਕ ਹੈਲਥ ਦੀਆਂ 5 ਪੋਸਟਾਂ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਜਿਹੜੀਆਂ ਨੇ 7 ਪੋਸਟਾਂ ਨੇ। ਔਰ ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰਾਂ ਜੂਨੀਅਰ ਇੰਜੀਨੀਅਰ ਹਾਰਟੀਕਲਚਰ ਦੀ ਇੱਕ ਪੋਸਟ ਹੈ। ਜੂਨੀਅਰ ਡਰਾਫਟ ਸਿਵਲ ਦੀ ਏਰੀਆ ਹੈ ਜੀ 3 ਪੋਸਟਾਂ। ਨਾਨ ਟੈਕਨੀਕਲ ਦੀ ਗੱਲ ਕਰਾਂ ਤਾਂ ਲਾਅ ਆਫਿਸਰ ਦੀਆਂ ਇੱਕ ਪੋਸਟ ਹੈ। ਕਲਰਕ ਦੀਆਂ 50 ਪੋਸਟਾਂ ਟੋਟਲ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਇਸ ਦੇ ਵਿੱਚ ਨੈਕਸਟ ਅਗਰ ਅਸੀਂ ਗੱਲ ਕਰੀਏ ਕਿ ਇਹਨਾਂ ਦੀ ਬਾਕੀ ਸਾਰੀ ਡਿਟੇਲ ਇੱਥੇ ਮੈਂਸ਼ਨ ਕੀਤੀ ਹੋਈ ਹੈ। ਔਰ ਇਸ ਦੇ ਵਿੱਚ ਤੁਸੀਂ ਔਨਲਾਈਨ ਹੀ ਅਪਲਾਈ ਕਰਨਾ ਹੈ ਜੀ। ਔਨਲਾਈਨ ਅਪਲਾਈ ਕਰਨ ਤੋਂ ਇਲਾਵਾ ਹੋਰ ਕੋਈ ਮੋਡ ਜਿਹੜਾ ਅਪਲਾਈ ਕਰਨ ਦੇ ਲਈ ਉਹ ਨਹੀਂ ਹੈ ਅਵੇਲੇਬਲ ਇੱਥੇ। ਸੋ ਤੁਸੀਂ ਸਿਰਫ ਔਰ ਸਿਰਫ ਔਨਲਾਈਨ ਹੀ ਅਪਲਾਈ ਕਰਨਾ ਹੈ, ਕੋਈ ਵੀ ਅਦਰ ਮੋਡ ਤੋਂ ਅਪਲਾਈ ਨਹੀਂ ਕਰਨਾ ਹੈ। ਅਗਰ ਅਸੀਂ ਗੱਲ ਕਰੀਏ ਇੱਥੇ ਕੁਆਲੀਫਿਕੇਸ਼ਨ ਦੀ, ਟੈਕਨੀਕਲ ਪੋਸਟ ਜਿਹੜੀ ਸਬ ਡਿਵੀਜ਼ਨਲ ਇੰਜੀਨੀਅਰ ਦੀ ਹੈ, ਜਿਹਨਾਂ ਡਿਗਰੀ ਸਿਵਲ ਇੰਜੀਨੀਅਰਿੰਗ 'ਚ ਕੀਤੀ ਹੋਈ ਕਿਸੇ ਵੀ ਰਿਕੋਗਨਾਈਜ਼ ਬੋਰਡ ਇੰਸਟੀਚਿਊਟ ਤੋਂ, ਠੀਕ ਹੈ ਜੀ। ਔਰ ਡਿਗਰੀ ਆਫ ਐਸੋਸੀਏਸ਼ਨ ਮੈਂਬਰ ਆਫ ਇੰਸਟੀਚਿਊਟ ਆਫ ਇੰਜੀਨੀਅਰਿੰਗ ਇਨ ਸਿਵਲ ਇੰਜੀਨੀਅਰਿੰਗ 'ਚ ਕੀਤੀ ਹੋਈ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ। तो उस तो बाद नैक्सट अगर गल करिए सब डिवीजन इंजीनियर इलैक्ट्रीकल दी पोस्टां ने, उसके लिए डिग्री जिन्हें इलैक्ट्रीकल इंजीनियरिंग की है किसी भी रिकोगनाइज बोर्ड यूनिवर्सिटी तो वो ये अप्लाई कर सकते हैं, ठीक है जी। और जोड़े डिपार्टमेंटल एग्जामिनेशन ज्वाइन करेंगे, ठीक है जी, वो उन्होंने इन्होंने जो ट्रेनिंग है वो इंडक्शन ट्रेनिंग जी है जी वो कंप्लीशन तो बाद ही कर सकते हैं। सो जोड़े ऑलरेडी वर्किंग है उन्होंने लिए है ये। सो उस तो बाद नैक्सट अगर असीं गल करिए सब डिवीजन इंजीनियरिंग पब्लिक हैल्थ की है, जिन्हें डिग्री की हुई है पब्लिक हैल्थ सैनिटरी सिविल इंजीनियरिंग ਦੇ ਵਿੱਚ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਬਾਕੀ ਜਿਹੜੇ ਆਲਰੇਡੀ ਵਰਕਿੰਗ ਕੈਂਡੀਡੇਟ ਨੇ ਜਾਂ ਨਿਊ ਜੁਆਇਨੀ ਨੇ ਉਹ ਵੀ ਇਹਦੇ ਲਈ ਅਪਲਾਈ ਕਰ ਸਕਦੇ ਨੇ। ਉਹਨਾਂ ਨੇ ਬਾਕੀ ਦੀ ਡਿਟੇਲ ਇੱਥੇ ਲਿਖੀ ਹੋਈ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਅਸਿਸਟੈਂਟ ਆਰਕੀਟੈਕਟ ਦੀਆਂ, ਜਿਹਨਾਂ ਡਿਗਰੀ ਆਰਕੀਟੈਕਚਰ ਦੇ ਵਿੱਚ ਕੀਤੀ ਹੋਈ ਹੈ ਕਿਸੇ ਵੀ ਰਿਕੋਗਨਾਈਜ਼ ਯੂਨੀਵਰਸਿਟੀ ਤੋਂ, ਉਹ ਅਪਲਾਈ ਕਰ ਸਕਦੇ ਨੇ। ਔਰ ਤੁਸੀਂ ਜਿਹੜੇ ਰਜਿਸਟਰਡ ਹੋਣੇ ਚਾਹੀਦੇ ਨੇ ਕੌਂਸਲ ਆਫ ਆਰਕੀਟੈਕਚਰ ਦੇ ਅੰਡਰ। 5 ਸਾਲ ਦਾ ਐਕਸਪੀਰੀਅੰਸ ਇਨ ਆਰਕੀਟੈਕਚਰ ਮੰਗਿਆ ਗਿਆ ਔਰ ਟਾਊਨ
ਪਲੈਨਿੰਗ ਦੇ ਅੰਦਰ ਤੁਹਾਨੂੰ ਹੋਣਾ ਚਾਹੀਦਾ ਹੈ। ਜੂਨੀਅਰ ਇੰਜੀਨੀਅਰ ਬਿਲਡਿੰਗ ਦੀਆਂ ਜਿਨ੍ਹਾਂ ਨੇ ਡਿਪਲੋਮਾ ਸਿਵਲ ਇੰਜੀਨੀਅਰਿੰਗ ਕੀਤਾ ਹੈ ਉਹ ਅਪਲਾਈ ਕਰ ਸਕਦੇ ਨੇ ਜੀ। ਇਸੇ ਦੇ ਨਾਲ ਉਹਨਾਂ ਨੇ ਜਿਹੜਾ CCC+ ਕਿਸੇ ਵੀ ਗਵਰਨਮੈਂਟ ਰਿਕੋਗਨਾਈਜ਼ਡ ਇੰਸਟੀਟਿਊਟ ਔਰ ਰਿਪਿਊਟਡ ਇੰਸਟੀਟਿਊਸ਼ਨ ਤੋਂ ਤੁਸੀਂ ਪਾਸ ਆਊਟ ਕੀਤਾ ਹੈ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਜੂਨੀਅਰ ਇੰਜੀਨੀਅਰ ਪਬਲਿਕ ਹੈਲਥ ਦਾ ਜਿਹਨਾਂ ਡਿਪਲੋਮਾ ਕੀਤਾ ਪਬਲਿਕ ਹੈਲਥ ਸੈਨੀਟਰੀ ਦਾ ਸਿਵਲ ਇੰਜੀਨੀਅਰਿੰਗ ਦਾ ਤਾਂ ਉਹ ਅਪਲਾਈ ਕਰ ਸਕਦੇ ਨੇ, ਪਲੱਸ ਹੋਰ ਵੀ ਰਿਕੁਆਇਰਮੈਂਟ ਮੰਗੀ ਗਈ ਹੈ ਜੀ। ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੀਆਂ ਜਿਹਨਾਂ ਡਿਪਲੋਮਾ ਇਲੈਕਟ੍ਰੀਕਲ ਦਾ ਕੀਤਾ ਹੋਇਆ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਨੈਕਸਟ ਜੂਨੀਅਰ ਇੰਜੀਨੀਅਰ ਹਾਰਟੀਕਲਚਰ ਜਿਹਨਾਂ ਨੇ ਮਾਸਟਰ ਡਿਗਰੀ ਐਗਰੀਕਲਚਰ ਔਰ ਹਾਰਟੀਕਲਚਰ ਦੇ ਨਾਲ ਕੀਤੀ ਹੋਈ ਹੈ, ਠੀਕ ਹੈ ਜੀ, ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਜੂਨੀਅਰ ਡਰਾਫਟਮੈਨ ਦੀਆਂ ਜਿਹੜੀ ਸਿਵਲ ਦੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੇ 10ਵੀਂ ਪਾਸ ਆਊਟ ਕੀਤੀ ਹੈ ਔਰ ITI ਡਰਾਫਟਮੈਨਸ਼ਿਪ ਦੇ ਵਿੱਚ ਡਿਪਲੋਮਾ ਕੀਤਾ ਹੋਇਆ ਹੈ, ਠੀਕ ਹੈ ਜੀ, ਐਟਲੀਸਟ 2 ਸਾਲ ਦਾ, ਤਾਂ ਅਪਲਾਈ ਕਰ ਸਕਦੇ ਨੇ। ਉਸ ਤੋਂ ਬਾਅਦ ਨਾਨ ਟੈਕਨੀਕਲ ਪੋਸਟਾਂ ਦੀ ਗੱਲ ਕਰੀਏ ਤਾਂ ਲਾਅ ਆਫਿਸਰ ਫਸਟ ਕਲਾਸ ਡਿਗਰੀ ਤੁਸੀਂ ਲਾਅ ਦੇ ਵਿੱਚ ਕੀਤੀ ਹੋਈ ਹੈ, ਠੀਕ ਹੈ ਜੀ, ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ। ਔਰ ਸੈਕੰਡ ਕਲਾਸ ਡਿਗਰੀ ਲਾਅ ਦੇ ਵਿੱਚ ਪ੍ਰੈਕਟਿਸ ਹੈਗੀ ਹੈ ਤੁਹਾਨੂੰ ਬਾਰ ਦੀ ਕਿਸੇ ਵੀ ਬਾਰ ਕੌਂਸਲ ਦੀ, ਤਾਂ ਉਹ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਔਰ ਉਸ ਤੋਂ ਬਾਅਦ ਕਲਰਕ ਦੀ ਵੈਕੈਂਸੀ ਜਿਨ੍ਹਾਂ ਨੇ ਬੈਚਲਰ ਆਫ ਡਿਗਰੀ ਕੀਤੀ ਹੋਈ ਹੈ ਕਿਸੇ ਵੀ ਰਿਕੋਗਨਾਈਜ਼ਡ ਯੂਨੀਵਰਸਿਟੀ ਤੋਂ, ਪ੍ਰੋਫੀਸ਼ੀਐਂਸੀ ਹੈਗੀ ਹੈ ਤੁਹਾਡੇ ਕੋਲ ਕੰਪਿਊਟਰ ਦੀ, ਵਰਡ ਪ੍ਰੋਸੈਸਿੰਗ ਅਤੇ ਸਪਰੈਡਸ਼ੀਟ ਦੇ ਨੌਲੇਜ ਹੈਗੀ ਹੈ ਤਾਂ ਅਪਲਾਈ ਕਰ ਸਕਦੇ ਹੋ। ਔਰ 35 ਵਰਡ ਪਰ ਮਿੰਟ ਇੰਗਲਿਸ਼ ਦੀ ਟਾਈਪਿੰਗ ਸਪੀਡ ਤੁਹਾਡੀ ਹੋਣੀ ਲਾਜ਼ਮੀ ਹੋਏਗੀ। ਸੋ ਇਹਦੇ ਲਈ ਪੂਰਾ ਨੋਟੀਫਿਕੇਸ਼ਨ ਕਾਫੀ ਵੱਡਾ ਹੈ ਜੀ, ਡਿਟੇਲ ਨੋਟੀਫਿਕੇਸ਼ਨ ਹੈ, ਜ਼ਰੂਰ ਚੈੱਕ ਕਰ ਲੈਣਾ। ਇਹਨਾਂ ਨੇ ਹਰ ਇੱਕ ਦੇ ਲਈ ਰਿਟਨ ਟੈਸਟ ਜਿਹੜਾ ਤੁਹਾਡਾ ਇਹ 'ਚ ਹੋਏਗਾ, ਜੋ ਕੀ ਡਿਟੇਲਸ ਮੰਗੀਆਂ ਗਈਆਂ ਨੇ ਉੱਥੇ ਲਿਖਿਆ ਹੋਇਆ ਹੈ ਕਿ ਕੀ ਤੁਹਾਨੂੰ ਪਾਸ ਆਊਟ ਕਰਨਾ ਪਏਗਾ, ਤੁਸੀਂ ਚੈੱਕ ਜ਼ਰੂਰ ਕਰ ਲੈਣਾ ਜੀ। ਸੋ ਇਸ ਦੇ ਵਿੱਚ ਨੈਕਸਟ ਅਗਰ ਗੱਲ ਕਰੀਏ ਤਾਂ ਜਿਹੜੀ ਏਜ ਰਿਲੈਕਸੇਸ਼ਨ ਹੈ ਉਹ ਵੀ ਦਿੱਤੀ ਜਾਏਗੀ। 18 ਤੋਂ 37 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ, ਬਾਕੀ ਏਜ ਰਿਲੈਕਸੇਸ਼ਨ ਰਿਜ਼ਰਵ ਕੈਟਾਗਰੀ ਨੂੰ ਇੱਥੇ ਦਿੱਤੀ ਜਾਂਦੀ ਹੈ ਜੀ। ਉਸ ਤੋਂ ਬਾਅਦ ਨੈਕਸਟ ਅਗਰ ਗੱਲ ਕਰੀਏ ਔਨਲਾਈਨ ਐਪਲੀਕੇਸ਼ਨ ਸਿਰਫ ਤੁਸੀਂ chbonline.in 'ਤੇ ਜਾ ਕੇ ਅਪਲਾਈ ਕਰਨਾ ਹੈ। 31/10/2022 ਲਾਸਟ ਡੇਟ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਜੀ। ਬਾਕੀ ਡਿਟੇਲਸ ਇਹਨਾਂ ਨੇ ਮੈਂਸ਼ਨ ਕੀਤੀਆਂ ਨੇ, ਇੱਕ ਵਾਰੀ ਗੋ ਥਰੂ ਕਰਕੇ ਫਿਰ ਹੀ ਤੁਸੀਂ ਇਹਦੇ ਲਈ ਅਪਲਾਈ ਜ਼ਰੂਰ ਕਰਨਾ ਜੀ। ਸੋ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਹੈ ਜੀ ਉਹ ਚੰਡੀਗੜ੍ਹ ਹਾਊਸਿੰਗ ਬੋਰਡ ਜਨਮਾਰਗ ਸੈਕਟਰ 9D ਚੰਡੀਗੜ੍ਹ ਵੱਲੋਂ ਆਊਟ ਕੀਤਾ ਗਿਆ ਹੈ। ਰਿਕਰੂਟਮੈਂਟ ਨੋਟੀਫਿਕੇਸ਼ਨ ਹੈ ਅੱਜ ਹੀ ਜਾਰੀ ਹੋਇਆ ਹੈ, ਸੋ ਤੁਸੀਂ ਜ਼ਰੂਰ ਇਹਦੇ ਲਈ ਅਪਲਾਈ ਕਰ ਲੈਣਾ ਜੀ। ਸੋ ਇਹ ਸੀਗਾ ਜੀ ਅੱਜ ਦਾ ਨੋਟੀਫਿਕੇਸ਼ਨ। ਅਤੇ ਹੁਣ ਅਸੀਂ ਗੱਲ ਕਰਦੇ ਹਾਂ ਥਰਡ ਨੋਟੀਫਿਕੇਸ਼ਨ ਦੇ ਬਾਰੇ ਵਿੱਚ। ਅਤੇ ਥਰਡ ਨੋਟੀਫਿਕੇਸ਼ਨ ਦੇ ਲਈ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ। ਨੈਕਸਟ ਪੋਸਟ ਦੀ ਗੱਲ ਕਰੀਏ ਤਾਂ ਰੇਲਵੇ ਵੱਲੋਂ ਰਿਕਰੂਟਮੈਂਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ। 3000+ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ। ਇਹਦੇ ਲਈ ਆਲ ਇੰਡੀਆ ਕੈਂਡੀਡੇਟ ਐਲੀਜੀਬਲ ਨੇ ਅਤੇ ਮੇਲ ਅਤੇ ਫੀਮੇਲ ਦੋਨੋਂ ਹੀ ਕੈਂਡੀਡੇਟ ਐਲੀਜੀਬਲ ਹੈ, ਅਪਲਾਈ ਕਰ ਸਕਦੇ ਨੇ। 29 ਅਕਤੂਬਰ 2022 ਇਹਦੀ ਲਾਸਟ ਡੇਟ ਰਹਿਣ ਵਾਲੀ ਹੈ ਜੀ। ਤੁਸੀਂ ਆਰਾਮ ਨਾਲ ਇਹਦੇ ਲਈ ਅਪਲਾਈ ਕਰ ਸਕਦੇ ਹੋ। ਅਲੱਗ-ਅਲੱਗ ਪੋਸਟ ਆਊਟ ਕੀਤੀਆਂ ਗਈਆਂ ਨੇ ਜੀ ਇਸ ਦੇ ਵਿੱਚ। ਨੈਕਸਟ ਅਗਰ ਗੱਲ ਕਰੀਏ ਇਹਦੇ ਵਿੱਚ ਕੁਆਲੀਫਿਕੇਸ਼ਨ ਕੀ ਮੰਗੀ ਗਈ ਹੈ, 10th ਪਾਸ ਕੈਂਡੀਡੇਟ ਜਾਂ +2 ਵਾਲੇ ਕੈਂਡੀਡੇਟ ਵੀ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ 50% ਮਾਰਕਸ ਦੇ ਨਾਲ ਪਾਸ ਆਊਟ ਕੀਤਾ ਹੈ। ਅਤੇ ਪਲੱਸ ਇਸੇ ਦੇ ਨਾਲ ਤੁਹਾਡੇ ਕੋਲ ਨੈਸ਼ਨਲ ਟ੍ਰੇਡ ਸਰਟੀਫਿਕੇਟ ਜਿਹੜਾ ਹੈਗਾ ਹੈ ਜੋ ਕਿ NCVT ਜਾਂ SCVT ਵੱਲੋਂ ਹੈਗਾ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ। ਨੈਕਸਟ 8ਵੀਂ ਪਾਸ ਕੈਂਡੀਡੇਟ ਵੀ ਐਲੀਜੀਬਲ ਨੇ ਜਿਨ੍ਹਾਂ ਕੋ ਇਹਦਾ ਜਿਹੜਾ ਟ੍ਰੇਡ ਸਰਟੀਫਿਕੇਟ ਹੈ ਉਹ ਹੈਗਾ ਤਾਂ ਨੈਸ਼ਨਲ ਟ੍ਰੇਡ ਸਰਟੀਫਿਕੇਟ, ਤਾਂ ਤੁਸੀਂ ਅਪਲਾਈ ਕਰ ਪਾਓਗੇ ਜੀ। ਹੁਣ ਅਸੀਂ ਗੱਲ ਕਰਦੇ ਹਾਂ ਇਹਦੇ ਲਈ ਫਰੈਸ਼ਰ ਕੈਂਡੀਡੇਟ ਐਲੀਜੀਬਲ ਨੇ ਅਤੇ ਮੈਰਿਟ ਬੇਸਿਸ 'ਤੇ ਤੁਹਾਡੀ ਸਿਲੈਕਸ਼ਨ ਜਿਹੜੀ ਹੈ ਜਿਸ ਦੇ ਵਿੱਚ ਹੋਣ ਵਾਲੀ ਹੈ। ਨੈਕਸਟ ਅਗਰ ਅਸੀਂ ਗੱਲ ਕਰੀਏ ਐਪਲੀਕੇਸ਼ਨ ਫੀ ਦੀ ਤਾਂ 100 ਰੁਪੀਜ਼ ਤੁਹਾਨੂੰ ਐਪਲੀਕੇਸ਼ਨ ਫੀ ਜਿਹੜੀ ਹੈ ਜੀ ਉਹ ਪੇ ਕਰਨੀ ਹੋਏਗੀ। ਅਤੇ SC ST ਫੀਮੇਲ ਅਤੇ ਅਦਰ ਦੇ ਲਈ ਬਿਲਕੁਲ ਨਿਲ ਹੈ, ਕੋਈ ਵੀ ਤੁਸੀਂ ਪੇ ਨਹੀਂ ਕਰਨਾ। ਨੈਕਸਟ ਅਗਰ ਗੱਲ ਕਰੀਏ ਇਸ ਦੇ ਵਿੱਚ ਫਿਟਰ ਦੀ ਵੈਕੈਂਸੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ। ਇਸ ਦੇ ਵਿੱਚ ਸਭ ਤੋਂ ਪਹਿਲੀ ਦੈਨ ਵੈਲਡਰ ਦੀ ਹੈ, ਮਕੈਨਿਕ ਦੀ ਹੈ, ਉਸ ਤੋਂ ਬਾਅਦ ਡੀਜ਼ਲ ਮਕੈਨਿਕ ਦੀ ਹੈ, ਮਸ਼ੀਨਿਸਟ ਦੀ ਵੈਕੈਂਸੀ ਆਊਟ ਕੀਤੀ ਗਈ ਹੈ, ਕਾਰਪੈਂਟਰ, ਪੇਂਟਰ, ਲਾਈਨਮੈਨ ਜਨਰਲ ਦੀਆਂ ਨੇ, ਵਾਇਰਮੈਨ ਦੀਆਂ ਵੈਕੈਂਸੀਜ਼ ਨੇ। ਉਸ ਤੋਂ ਬਾਅਦ ਰੈਫਰੀਜਨਰੇਸ਼ਨ ਐਂਡ AC ਮਕੈਨਿਕ ਦੀਆਂ ਨੇ, ਇਲੈਕਟ੍ਰੀਸ਼ੀਅਨ ਦੀਆਂ ਵੈਕੈਂਸੀਜ਼ ਨੇ। ਉਸ ਤੋਂ ਬਾਅਦ ਮਕੈਨਿਕ ਮਸ਼ੀਨ ਦੀਆਂ ਨੇ। ਉਸ ਤੋਂ ਬਾਅਦ ਟੂਲ ਮੇਨਟੇਨੈਂਸ MMTM ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ 3115 ਪੋਸਟਾਂ ਟੋਟਲ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ। ਸੋ ਤੁਸੀਂ ਇਹਦੇ ਲਈ ਅਪਲਾਈ ਔਨਲਾਈਨ ਕਰਨਾ ਹੋਏਗਾ ਜੀ। ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਿੱਤਾ ਹੈ। ਸੋ ਤੁਸੀਂ ਆਪਣੇ ਸਾਰੇ ਡਾਕੂਮੈਂਟ ਜ਼ਰੂਰ ਰੈਡੀ ਰੱਖ ਲੈਣਾ ਅਪਲਾਈ ਕਰਨ ਤੋਂ ਪਹਿਲਾਂ, ਤਾਂ ਕਿ ਤੁਹਾਨੂੰ ਕੋਈ ਡਾਊਟ ਨਾ ਰਹੇ ਅਤੇ ਕੋਈ ਵੀ ਪ੍ਰੋਬਲਮ ਨਾ ਆਵੇ ਅਪਲਾਈ ਕਰਨ ਦੇ ਵਿੱਚ। ਸੋ ਇਹ ਨੋਟੀਫਿਕੇਸ਼ਨ ਸੀਗਾ ਥਰਡ। ਹੁਣ ਅਸੀਂ ਗੱਲ ਕਰ ਲੈਂਦੇ ਹਾਂ ਫੋਰਥ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ। ਅਤੇ ਹੁਣ ਗੱਲ ਕਰ ਲੈਂਦੇ ਨੈਕਸਟ ਪੋਸਟ ਦੀ, ਜੋ ਕਿ ਇੰਡੀਆ ਪੋਸਟ ਆਫਿਸ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਜੀ। ਇਸ ਦੇ ਵਿੱਚ ਆਲ ਕੈਂਡੀਡੇਟ ਐਲੀਜੀਬਲ ਨੇ, ਠੀਕ ਹੈ ਜੀ। ਨੋਟੀਫਿਕੇਸ਼ਨ ਦੀ ਵੀ ਅੱਗੇ ਗੱਲ ਕਰਾਂਗੇ। ਇਸ ਦੇ ਵਿੱਚ ਪੋਸਟਲ ਅਸਿਸਟੈਂਟ, ਸੌਰਟਿੰਗ ਅਸਿਸਟੈਂਟ, ਪੋਸਟਮੈਨ ਅਤੇ ਮਲਟੀਟਾਸਕਿੰਗ ਸਟਾਫ ਦੀਆਂ ਵੈਕੈਂਸੀਜ਼ ਜਿਹੜੀਆਂ ਨੇ ਜੀ ਉਹ ਆਊਟ ਕੀਤੀਆਂ ਜਾਣੀਆਂ ਨੇ, ਜਿਸ ਦੇ ਵਿੱਚ 25000 ਤੋਂ ਲੈ ਕੇ ਇਹਦੇ ਵਿੱਚ 81100 ਤੁਹਾਡੀ ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ। ਸੋ ਇਸ ਦੇ ਵਿੱਚ ਜਿਹੜੀਆਂ ਨੇ ਨੋਟੀਫਿਕੇਸ਼ਨ ਦੀ ਅਗਰ ਕਿਹੜੀ ਪੋਸਟ ਆਊਟ ਕੀਤੀ ਗਈ ਉਹ ਮੈਂ ਤੁਹਾਨੂੰ ਦੱਸ ਚੁੱਕਾ ਹੈ। 10ਵੀਂ 12ਵੀਂ ਗ੍ਰੈਜੂਏਸ਼ਨ ਵਾਲੇ ਕੈਂਡੀਡੇਟ ਇਹਦੇ ਲਈ ਐਲੀਜੀਬਲ ਨੇ ਅਤੇ ਅਪਲਾਈ ਕਰ ਸਕਦੇ ਨੇ। ਇਹ 'ਚ ਸਿਰਫ ਔਰ ਸਿਰਫ ਤੁਹਾਡੀ 100 ਰੁਪਏ ਫੀਸ ਹੋਣੀ ਹੈ ਅਤੇ 100 ਰੁਪਏ ਤੁਸੀਂ ਜਿਹੜੀ ਫੀਸ ਜਮ੍ਹਾਂ ਕਰਾ ਕੇ ਅਪਲਾਈ ਕਰ ਸਕਦੇ ਹੋ। ਉਹ ਵੀ ਰਿਜ਼ਰਵ ਕੈਟਾਗਰੀ ਨੂੰ ਕਿਸੇ ਤਰ੍ਹਾਂ ਦੀ ਕੋਈ ਫੀਸ ਜਿਹੜੀ ਹੈ ਪੇ ਨਹੀਂ ਕਰਨੀ ਹੋਏਗੀ। 18 ਤੋਂ 27 ਸਾਲ ਤੱਕ ਦੇ ਕੈਂਡੀਡੇਟ ਐਲੀਜੀਬਲ ਨੇ ਅਤੇ ਅਪਲਾਈ
ਇਹਦੇ ਲਈ ਕਰ ਸਕਦੇ ਨੇ। ਇਹਦੇ ਲਈ ਨੋਟੀਫਿਕੇਸ਼ਨ ਜਿਹੜਾ ਸ਼ਾਰਟ ਨੋਟੀਫਿਕੇਸ਼ਨ ਹੈ ਉਹ ਆਲਰੇਡੀ ਜਾਰੀ ਕਰ ਦਿੱਤਾ ਗਿਆ ਹੈ ਜੀ। ਉਹਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦੇਵਾਂਗਾ, ਤੁਸੀਂ ਉਹ ਡਾਊਨਲੋਡ ਕਰਕੇ ਇੱਕ ਵਾਰੀ ਚੈੱਕ ਕਰ ਲੈਣਾ। ਸ਼ਾਰਟ ਨੋਟੀਫਿਕੇਸ਼ਨ ਹੈ ਜਿਹੜਾ ਕਿ ਪੋਸਟਲ ਆਫਿਸ ਵੱਲੋਂ ਹੀ ਜਾਰੀ ਕੀਤਾ ਗਿਆ, ਇੰਡੀਆ ਪੋਸਟ ਆਫਿਸ ਵੱਲੋਂ ਜਾਰੀ ਕੀਤਾ ਗਿਆ ਹੈ। ਸੋ ਉਹ ਸ਼ਾਰਟ ਨੋਟੀਫਿਕੇਸ਼ਨ ਦੇ ਅਕੋਰਡਿੰਗਲੀ ਜਲਦ ਹੀ ਇਹਦੇ ਨੋਟੀਫਿਕੇਸ਼ਨ 98,000 ਪੋਸਟਾਂ ਦਾ ਜਿਹੜਾ ਹੈ ਜੀ ਉਹ ਆਊਟ ਕੀਤਾ ਜਾਣਾ ਹੈ। ਸੋ ਉਹਦੇ ਲਈ ਵੀ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੀ ਪੱਕੀ ਰੱਖਣੀ ਹੈ। ਜਿੱਦਾਂ ਕਿ ਤੁਹਾਨੂੰ ਪਤਾ ਹੈ ਇਹਦੀ ਸਿਰਫ ਮੈਰਿਟ ਬੇਸਿਸ ਤੁਹਾਡੀ ਸਿਲੈਕਸ਼ਨ ਹੋਣੀ ਹੈ, ਤੁਹਾਡੇ ਮਾਰਕਸ ਜਿਹੜੇ ਆਏ ਨੇ 10ਵੀਂ ਦੇ ਵਿੱਚ, ਠੀਕ ਹੈ ਜੀ, +2 ਵਿੱਚ, ਉਹਦੇ ਬੇਸਿਸ 'ਤੇ ਸਿਲੈਕਸ਼ਨ ਹੁੰਦੀ ਹੈ। ਸੋ ਤੁਸੀਂ ਜ਼ਰੂਰ ਆਪਣਾ ਰੈਡੀ ਰਹਿਣਾ ਇਹਦੇ ਲਈ ਅਪਲਾਈ ਕਰਨ ਦੇ ਲਈ। ਤੇ ਚਲੋ ਹੁਣ ਅਸੀਂ ਗੱਲ ਕਰ ਲੈਂਦੇ ਹਾਂ ਲਾਸਟ ਨੋਟੀਫਿਕੇਸ਼ਨ ਦੇ ਬਾਰੇ ਵਿੱਚ ਜੀ। ਇਹ ਨੋਟੀਫਿਕੇਸ਼ਨ ਦੇ ਲਈ ਅਪਲਾਈ ਕਰਨਾ ਜਿਹੜੇ ਜੀ ਉਹ ਆਲਰੇਡੀ ਸਟਾਰਟ ਹੋ ਚੁੱਕਿਆ ਹੈ। ਸੋ ਲਾਸਟ ਡੇਟ ਜਿਹੜੀ ਅਪਲਾਈ ਕਰਨ ਦੀ ਹੈਗੀ ਹੈ ਉਹ ਤੁਸੀਂ ਅਪਲਾਈ ਕਰ ਸਕਦੇ ਹੋ 18/10/2022 ਤੱਕ। ਔਰ ਇਹਦੇ ਲਈ ਜਿਹੜਾ ਆਫਲਾਈਨ ਚਲਾਨ ਤੁਸੀਂ ਭਰਨਾ ਹੋਏਗਾ 19/10/2022 ਤੱਕ ਭਰ ਸਕਦੇ ਹੋ, ਅਤੇ ਫੀ 20/10/2022 ਤੱਕ ਭਰੀ ਜਾ ਸਕਦੀ ਹੈ ਔਨਲਾਈਨ ਦੇ ਥਰੂ। ਔਰ ਇਸ ਦੇ ਵਿੱਚ ਤੁਹਾਡਾ ਜਿਹੜਾ ਐਪਲੀਕੇਸ਼ਨ ਫਾਰਮ ਕਰੈਕਸ਼ਨ ਜਿਹੜਾ 25/10/2022 ਤੱਕ ਕਲੋਜ਼ ਹੋ ਜਾਵੇਗਾ। ਔਰ ਇਹਦੇ ਲਈ ਕੰਪਿਊਟਰ ਬੇਸਡ ਟੈਸਟ ਤੁਹਾਡਾ ਦਸੰਬਰ ਦੇ ਵਿੱਚ ਹੋਣਾ ਹੈ ਜੀ। ਇਹਦੇ ਨੋਟੀਫਿਕੇਸ਼ਨ ਦੀ ਅਗਰ ਅਸੀਂ ਗੱਲ ਕਰੀਏ, ਇਹ ਨੋਟੀਫਿਕੇਸ਼ਨ ਜਿਹੜਾ ਹੈ ਜੀ SSC ਵੱਲੋਂ ਜਾਰੀ ਕੀਤਾ ਗਿਆ ਹੈ। ਸੋ ਇਸ ਦੇ ਵਿੱਚ ਅਗਰ ਅਸੀਂ ਗੱਲ ਕਰੀਏ ਕਿ ਏਜ ਲਿਮਿਟ ਜਿਹੜੀ ਹੈ ਕੈਂਡੀਡੇਟ ਹੈ, ਸੋ ਇਸ ਦੇ ਵਿੱਚ 30 ਸਾਲ ਤੱਕ ਦੇ ਕੈਂਡੀਡੇਟ ਜਿਹੜੇ ਨੇ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ। ਔਰ ਇਸੇ ਦੇ ਨਾਲ ਤੁਹਾਡੀ ਏਜ ਰਿਲੈਕਸੇਸ਼ਨ ਜਿਹੜੀ ਹੈ SC ST ਨੂੰ 5 ਸਾਲ ਦੀ, OBC ਨੂੰ 3 ਸਾਲ ਦੀ, PWBD ਨੂੰ 10 ਸਾਲ ਦੀ, PWBD OBC ਨੂੰ 13 ਸਾਲ ਦੀ, PWBD SC ST ਨੂੰ ਜਿਹੜੇ ਹੈ ਜੀ 15 ਸਾਲ ਦੀ, ਇੱਕ ਸਰਵਿਸਮੈਨ ESM ਨੂੰ 3 ਸਾਲ ਦੀ, ਡਿਫੈਂਸ ਪਰਸਨਸ ਨੂੰ 3 ਸਾਲ ਦੀ, ਡਿਫੈਂਸ ਪਰਸਨਲ ਡਿਸੇਬਲਡ ਨੂੰ 8 ਸਾਲ ਦੀ ਏਜ ਰਿਲੈਕਸੇਸ਼ਨ ਦਿੱਤੀ ਜਾਵੇਗੀ। ਔਰ ਇਸ ਦੇ ਵਿੱਚ ਨੈਕਸਟ ਇਹ ਗਰੁੱਪ B ਦੀਆਂ ਜਿਹੜੀਆਂ ਨੇ ਸਾਇੰਟੀਫਿਕ ਅਸਿਸਟੈਂਟ ਦੀਆਂ ਵੈਕੈਂਸੀਜ਼ ਨੇ ਜਿਹੜੀਆਂ ਕਿ ਆਊਟ ਕੀਤੀਆਂ ਗਈਆਂ ਨੇ। ਸੋ ਇਹਦੇ ਲਈ ਅਗਰ ਅਸੀਂ ਕੁਆਲੀਫਿਕੇਸ਼ਨ ਦੀ ਇੱਥੇ ਗੱਲ ਕਰੀਏ, ਜਿਹੜੇ ਕੈਂਡੀਡੇਟ ਨੇ ਬੈਚਲਰ ਡਿਗਰੀ ਸਾਇੰਸ ਦੇ ਵਿੱਚ ਕੀਤੀ ਹੋਈ ਹੈ, ਇਸੇ ਦੇ ਨਾਲ ਫਿਜ਼ਿਕਸ ਔਰ ਸਬਜੈਕਟ ਦੇ ਨਾਲ, ਤੇ ਕੰਪਿਊਟਰ ਸਾਇੰਸ ਦੇ ਨਾਲ, ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਜਾਂ ਕੰਪਿਊਟਰ ਐਪਲੀਕੇਸ਼ਨਸ ਦੇ ਵਿੱਚ, ਤਾਂ ਉਹ ਇਹਦੇ ਲਈ ਐਲੀਜੀਬਲ ਨੇ ਤੇ ਅਪਲਾਈ ਕਰ ਸਕਦੇ ਨੇ। ਔਰ ਜਿਹਨਾਂ ਡਿਪਲੋਮਾ ਇਲੈਕਟ੍ਰੋਨਿਕਸ ਐਂਡ ਟੈਲੀਕਮਿਊਨੀਕੇਸ਼ਨ ਜਿਹਨੇ 'ਚ ਕੀਤਾ ਹੋਇਆ ਹੈ, ਉਹ ਵੀ ਇਹਦੇ ਲਈ ਐਲੀਜੀਬਲ ਨੇ, ਅਪਲਾਈ ਕਰ ਸਕਦੇ ਨੇ ਜੀ। ਤੁਸੀਂ ਡਿਪਲੋਮਾ 60% ਮਾਰਕਸ ਦੇ ਨਾਲ ਕੀਤਾ ਹੋਇਆ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ। ਸੋ ਇਹ ਨੋਟੀਫਿਕੇਸ਼ਨ ਹੈ ਪੂਰਾ, ਇਹਦੇ ਲਈ ਵੀ ਔਨਲਾਈਨ ਅਪਲਾਈ ਕਰਨਾ ਹੈ ਜੀ। ਨੋਟੀਫਿਕੇਸ਼ਨ ਦਾ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ 'ਚ ਸਾਰਿਆਂ ਦਾ ਪ੍ਰੋਵਾਈਡ ਕਰਵਾ ਦੇਵਾਂਗਾ, ਤੁਸੀਂ ਉੱਥੋਂ ਚੈੱਕ ਕਰਕੇ ਅਪਲਾਈ ਕਰ ਲੈਣਾ ਹੈ। 100 ਰੁਪੀਸ ਐਪਲੀਕੇਸ਼ਨ ਫੀ ਤੁਸੀਂ ਪੇ ਕਰਨੀ ਹੈ, ਠੀਕ ਹੈ ਜੀ। ਔਰ ਜਿਹੜੇ SC ST ਵਾਲੇ ਕੈਂਡੀਡੇਟਸ ਨੇ ਉਹਨਾਂ ਨੂੰ ਜਿਹੜੀ ਫੀ ਹੈ ਐਗਜ਼ੈਂਪਟ ਕੀਤੀ ਗਈ ਹੈ। ਸੋ ਇਹ ਨੋਟੀਫਿਕੇਸ਼ਨ ਹੈ ਜਿਹੜਾ ਕਿ ਆਊਟ ਕੀਤਾ ਗਿਆ ਹੈ। ਤਾਂ ਹੁਣ ਮੈਂ ਤੁਹਾਨੂੰ ਨਵੇਂ ਨੋਟੀਫਿਕੇਸ਼ਨ ਦੇ ਨਾਲ ਮਿਲਾਂਗਾ ਨਵੀਂ ਵੀਡੀਓ ਦੇ ਵਿੱਚ। ਸਾਰੇ ਲਿੰਕ ਡਿਸਕ੍ਰਿਪਸ਼ਨ 'ਚ ਨੇ। ਤਦ ਤੱਕ ਦੇ ਲਈ ਧੰਨਵਾਦ ਜੀ। ਡਿਸਕ੍ਰਿਪਸ਼ਨ 'ਚ ਨੇ, ਤਦ ਤੱਕ ਦੇ ਲਈ ਧੰਨਵਾਦ ਜੀ। ਡਿਸਕ੍ਰਿਪਸ਼ਨ 'ਚ ਨੇ, ਤਦ ਤੱਕ ਦੇ ਲਈ ਧੰਨਵਾਦ ਜੀ। ਡਿਸਕ੍ਰਿਪਸ਼ਨ 'ਚ ਨੇ, ਤਦ ਤੱਕ ਦੇ ਲਈ ਧੰਨਵਾਦ ਜੀ।